ਪਿਆਰੇ ਵਿਦਿਆਰਥੀਓ, ਜਦੋਂ ਅਸੀਂ ਟਰਾਂਸਮਿਸ਼ਨ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਟਰਾਂਸਮਿਸ਼ਨ ਮੀਡੀਆ ਉਹ ਮੀਡੀਆ ਵਾ ਜਿਹੜਾ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਨੂੰ ਇਨਫੋਰਮੇਸ਼ਨ ਪਹੁੰਚਾਉਣ ਵਾਸਤੇ ਇਸਤੇਮਾਲ ਕੀਤਾ ਜਾਂਦਾ ਵਾ ਜਾਂ ਇਨਫੋਰਮੇਸ਼ਨ ਨੂੰ ਰਿਸੀਵ ਕਰਨ ਵਾਸਤੇ ਇਸਤੇਮਾਲ ਕੀਤਾ ਜਾਂਦਾ ਵਾ। ਉਸ ਮੀਡੀਆ ਨੂੰ ਅਸੀਂ ਜਿਹੜਾ ਹੈਗਾ ਵਾ ਟਰਾਂਸਮਿਸ਼ਨ ਮੀਡੀਆ ਕਹਿੰਦੇ ਹਾਂ। ਜਦੋਂ ਅਸੀਂ ਟਰਾਂਸਮਿਸ਼ਨ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਦੂਸਰੇ ਲਫ਼ਜ਼ਾਂ ਦੇ ਵਿੱਚ ਅਸੀਂ ਇਹ ਵੀ ਕਹਿ ਸਕਦੇ ਕਿ ਜਿਹੜਾ ਕੈਰੀਅਰ ਯੂਜ਼ ਹੁੰਦਾ ਵਾ ਇਨਫੋਰਮੇਸ਼ਨ ਨੂੰ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ 'ਤੇ ਪਹੁੰਚਾਉਣ ਲਈ, ਉਸ ਕੈਰੀਅਰ ਨੂੰ ਅਸੀਂ ਟਰਾਂਸਮਿਸ਼ਨ ਮੀਡੀਆ ਕਹਿੰਦੇ ਹਾਂ। ਟਰਾਂਸਮਿਸ਼ਨ ਮੀਡੀਆ ਦੇ ਵਿੱਚ ਸਭ ਤੋਂ ਪਹਿਲਾ ਮੀਡੀਆ ਸੀ ਉਹ ਸੀ ਟਵਿਸਟਡ ਪੇਅਰ ਕੇਬਲ, ਜਿਹੜੀ ਅਸੀਂ ਪਿਛਲੇ ਲੈਕਚਰ ਵਿੱਚ ਡਿਸਕਸ ਕੀਤੀ ਸੀਗੀ। ਟਵਿਸਟਡ ਪੇਅਰ ਕੇਬਲ ਦਾ ਮਤਲਬ ਹੈਗਾ ਵਾ ਕਿ ਇਹ ਕਾਪਰ ਦੀਆਂ ਦੋ ਵਾਇਰਸ ਦਾ ਇੱਕ ਪੇਅਰ ਹੁੰਦਾ ਵਾ ਜਿਹਨਾਂ ਨੂੰ ਟਵਿਸਟ ਕੀਤਾ ਹੁੰਦਾ ਵਾ ਤਾਂ ਕਿ ਉਹਨਾਂ ਵਿੱਚ ਇਲੈਕਟ੍ਰੀਕਲ ਜਾਂ ਇਲੈਕਟ੍ਰੋਮੈਗਨੈਟਿਕ ਸਿਗਨਲਸ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਨੋਇਸ ਦੀ ਇੰਟਰਫੀਅਰੈਂਸ ਨਾ ਹੋ ਸਕੇ। ਇਸ ਕਰਕੇ ਅਸੀਂ ਟਵਿਸਟ ਦਿੰਦੇ ਹਾਂ। ਜਦੋਂ ਅਸੀਂ ਕੇਬਲ ਨੂੰ ਟਵਿਸਟ ਦਿੰਦੇ ਹਾਂ ਤਾਂ ਜਿਹੜੀ ਨੋਇਸ ਹੁੰਦੀ ਆ ਉਹ ਨਾ ਮਾਤਰੀ ਜਿਹੜੀ ਹੁੰਦੀ ਆ ਉਹਦੇ ਵਿੱਚ ਆਉਂਦੀ ਹੈ ਅਤੇ ਡੇਟਾ ਸੇਫਲੀ ਜਿਹੜਾ ਹੈਗਾ ਵਾ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਨੂੰ ਪਹੁੰਚ ਜਾਂਦਾ ਵਾ। ਅਗਲਾ ਜਿਹੜਾ ਟਰਾਂਸਮਿਸ਼ਨ ਮੀਡੀਆ ਹੈਗਾ ਇਹ ਹੈਗਾ ਕੋਕਸੀਅਲ ਕੇਬਲ। ਕੋਕਸੀਅਲ ਕੇਬਲ ਜਿਹੜਾ ਹੈਗਾ ਵਾ ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਵਾਇਰਡ ਮੀਡੀਆ ਜਾਂ ਗਾਈਡਡ ਮੀਡੀਆ ਵਾ, ਅਤੇ ਜਿਹੜਾ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਨੂੰ ਇਨਫੋਰਮੇਸ਼ਨ ਪਹੁੰਚਾ ਸਕਦਾ ਵਾ ਜਾਂ ਜਿਹੜੀ ਹੈਗੀ ਇਨਫੋਰਮੇਸ਼ਨ ਆ ਉਹ ਰਿਸੀਵ ਕੀਤੀ ਜਾ ਸਕਦੀ ਆ। ਤੋ ਇਹਦੀ ਜਿਹੜੀ ਰੇਂਜ ਹੁੰਦੀ ਹੈ, ਫਰੀਕੁਐਂਸੀ ਰੇਂਜ ਹੈ ਜਿਹੜੀ ਇਹ ਵਧੀਆ ਹੈਗੀ ਹੈ ਜੇ ਅਸੀਂ ਟਵਿਸਟਡ ਪੇਅਰ ਕੇਬਲ ਦੇ ਨਾਲ ਕੰਪੇਅਰ ਕਰੀਏ। ਅਤੇ ਜਿਸ ਤਰ੍ਹਾਂ ਇਹਦੀ ਫਰੀਕੁਐਂਸੀ ਰੇਂਜ ਹੈਗੀ ਕੋਕਸੀਅਲ ਕੇਬਲ ਦੀ 100 ਕਿਲੋ ਹਰਟਸ ਤੋਂ ਲੈ ਕੇ 500 ਮੈਗਾ ਹਰਟਸ ਤੱਕ ਜਿਹੜੀ ਹੈਗੀ ਇਹਦੀ ਉਹ ਹੋ ਸਕਦੀ ਆ। ਹਰਟਸ ਦਾ ਮਤਲਬ ਹੁੰਦਾ ਵਾ ਕਿ ਇੱਕ ਸਾਈਕਲ ਸਿਗਨਲ ਜਿਹੜਾ ਹੈਗਾ ਵਾ, ਇੱਕ ਜਿਹੜਾ ਸਾਈਕਲ ਕੰਪਲੀਟ ਕਰਦਾ ਵਾ ਪਰ ਸੈਕਿੰਡ, ਉਹਨੂੰ ਅਸੀਂ ਕਹਿ ਦਿੰਦੇ ਹਾਂ ਹਰਟਸ ਕਹਿ ਦਿੰਦੇ ਹਾਂ, ਅਤੇ ਫਰੀਕੁਐਂਸੀ ਨੂੰ ਅਸੀਂ ਜਿਹੜਾ ਹਰਟਸ ਦੇ ਵਿੱਚ ਮੇਜਰ ਕਰਦੇ ਹਾਂ। ਤੋ ਇਸ ਕਰਕੇ ਕੋਕਸੀ ਕੇਬਲ ਦੀ ਜਿਹੜੀ ਫਰੀਕੁਐਂਸੀ ਰੇਂਜ ਹੈਗੀ 100 ਕਿਲੋ ਹਰਟਸ ਤੋਂ 500 ਮੈਗਾ ਹਰਟਸ। ਕੋਕਸੀਅਲ ਕੇਬਲ ਨੂੰ ਆਮ ਕਰਕੇ ਕੋਕਸ ਕਰਕੇ ਵੀ ਜਾਣਿਆ ਜਾਂਦਾ ਵਾ। ਤੋ ਇਹਦੀ ਜਿਹੜੀ ਇਹ ਬਣੀ ਹੁੰਦੀ ਹੈ ਜਿਹੜੀ ਕੋਕਸੀਅਲ ਕੇਬਲ, ਇਹਦੀ ਇਸ ਤਰ੍ਹਾਂ ਹੁੰਦੀ ਆ ਕਿ ਇਨਰ ਜਿਹੜਾ ਹੁੰਦਾ ਇੱਕ ਇਹਦਾ ਜਿਹੜਾ ਹੁੰਦਾ ਵਾ ਇੱਕ ਮਟੈਲਿਕ ਜਿਹੜੀ ਹੁੰਦੀ ਕੋਰ ਹੁੰਦੀ ਇਹਦੇ ਵਿੱਚ ਵਾਇਰ ਹੁੰਦੀ ਹੈ, ਉਹਦੇ 'ਤੇ ਉੱਤੇ ਜਿਹੜਾ ਹੁੰਦਾ ਵਾ ਇੱਕ ਇਨਸੂਲੇਟਰ ਹੁੰਦਾ ਵਾ, ਔਰ ਉਸ ਇਨਸੂਲੇਟਰ ਦੇ ਉੱਤੇ ਇੱਕ ਜਿਹੜਾ ਆਊਟਰ ਕੰਡਕਟਰ ਹੁੰਦਾ ਵਾ, ਔਰ ਉਹਦੇ 'ਤੇ ਬ੍ਰੇਡਡ ਮੈਸ਼ ਹੁੰਦੀ ਹੈ। ਠੀਕ ਹੈ, ਔਰ ਬ੍ਰੇਡਡ ਮੈਸ਼ ਦੇ ਉੱਤੇ ਫਿਰ ਇੱਕ ਇਨਸੂਲੇਟਰ ਹੁੰਦਾ ਵਾ, ਔਰ ਫਿਰ ਉਹਦੇ ਉੱਤੇ ਇੱਕ ਪਲਾਸਟਿਕ ਦਾ ਕਵਰ ਹੁੰਦਾ ਵਾ। ਤਾਂ ਇਸ ਤਰੀਕੇ ਦੇ ਨਾਲ ਜਿਹੜੀ ਹੁੰਦੀ ਹੈ ਇਹ ਕੋਕਸੀਅਲ ਕੇਬਲ ਜਿਹੜੀ ਆ ਉਹ ਬਣੀ ਹੁੰਦੀ ਹੈ। ਜਿਹੜੀ ਸਭ ਤੋਂ ਇਨਰ ਕੋਰ ਹੁੰਦੀ ਹੈ ਇਹਦੇ ਵਿੱਚ ਜਿਹੜਾ ਹੈਗਾ ਵਾ ਉਹ ਡਾਟਾ ਜਿਹੜਾ ਟਰਾਂਸਫਰ ਹੁੰਦਾ ਵਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ। ਇਹਦੇ ਉੱਤੇ ਜਿਹੜਾ ਪਲਾਸਟਿਕ ਦਾ ਕਵਰ ਹੁੰਦਾ ਵਾ ਇਹਨੂੰ ਜਿਹੜਾ ਹੈਗਾ ਵਾ ਇਹ ਆਮ ਕਰਕੇ ਡਾਇਲੈਕਟ੍ਰਿਕ ਵੀ ਕਿਹਾ ਜਾਂਦਾ ਵਾ, ਔਰ ਇਹ ਜਿਹੜਾ ਡਾਇਲੈਕਟ੍ਰਿਕ ਹੁੰਦਾ ਇਹ ਪੋਲੀਥੀਨ ਜਾਂ ਟੈਫਲੋਨ ਦਾ ਬਣਿਆ ਹੁੰਦਾ ਵਾ। ਇਹਦੇ ਉੱਤੇ ਜਿਹੜੀ ਹੁੰਦੀ ਆ ਇੱਕ ਹੋਰ ਇਨਸੂਲੇਟਰ ਹੁੰਦਾ ਜਿਹਦੇ 'ਤੇ ਬ੍ਰੇਡਡ ਮੈਸ਼ ਹੁੰਦੀ ਹੈ, ਸ਼ੀਲਡ, ਆਊਟਰ ਕੰਡਕਟਰ ਸ਼ੀਲਡ ਵੀ ਉਹਨੂੰ ਕਹਿ ਸਕਦੇ ਹਾਂ। ਔਰ ਇਹ ਜਿਹੜੀ ਹੈਗੀ ਇਹਨੂੰ ਗਰਾਊਂਡ ਰੈਫਰੈਂਸ ਜਿਹੜੀ ਹੋ ਜਾਂਦੀ ਆ, ਜਿਹੜੀ ਆਊਟਰ ਕੰਡਕਟਰ ਸ਼ੀਲਡ ਆ, ਔਰ ਇਹ ਨੋਇਸ ਦੀ ਜਿਹੜੀ ਇੰਟਰਫੇਰੈਂਸ ਆ ਉਹਨੂੰ ਰੋਕਦੀ ਹੈ। ਨੋਇਸ ਦਾ ਭਾਵ ਹੈਗਾ ਵਾ ਕਿ ਕੁਝ ਜਿਹੜੇ ਕਿ ਇਲੈਕਟ੍ਰਿਕ ਕਰੰਟ ਜਿਹੜੇ ਹੈਗੇ ਆ ਡਾਟੇ ਦੇ ਵਿੱਚ ਸ਼ਾਮਲ ਹੋ ਜਾਂਦੇ ਆ, ਜਿਨ੍ਹਾਂ ਦੇ ਨਾਲ ਜਿਹੜੇ ਮੈਗਨੇਟਾਈਜ਼ਡ ਹੁੰਦੇ ਆ ਔਰ ਉਹ ਡਾਟੇ ਨੂੰ ਕਰਪਟ ਕਰ ਦਿੰਦੇ ਆ ਅਤੇ ਡਾਟੇ ਵਿੱਚ ਐਰਰਸ ਆ ਜਾਂਦੀਆਂ ਵਾ। ਤਾਂ ਇਸ ਕਰਕੇ ਉਹਨਾਂ ਨੂੰ ਰੋਕਣ ਵਾਸਤੇ ਜਿਹੜੀ ਹੈਗੀ ਆ ਆਊਟਰ ਕੰਡਕਟਰ ਸ਼ੀਲਡ ਹੈ ਜਿਹੜੀ ਉਹ ਜਾਂ ਬ੍ਰੇਡਡ ਮੈਸ਼ ਹੈ ਉਹ ਯੂਜ਼ ਕੀਤੀ ਜਾਂਦੀ ਹੈ। ਫਿਰ ਜਿਹੜੀ ਹੈਗੀ ਆਊਟਰ ਕੰਡਕਟਰ ਸ਼ੀਲਡ ਹੈ ਇਹਦੇ ਉੱਤੇ ਇੱਕ ਹੋਰ ਪਲਾਸਟਿਕ ਦਾ ਕਵਰ ਹੁੰਦਾ, ਉਹਦੇ ਉੱਤੇ ਇੱਕ ਹੋਰ ਪਲਾਸਟਿਕ ਦਾ ਕਵਰ ਇਸ ਤਰ੍ਹਾਂ ਹੁੰਦਾ ਵਾ, ਅਤੇ ਇਹ ਪੂਰੀ ਜਿਹੜੀ ਕੇਬਲ ਆ ਇਹ ਪੂਰੀ ਕਵਰਡ ਹੁੰਦੀ ਹੈ ਤਾਂ ਕਿ ਨੋਇਸ ਨੂੰ ਜਿਹੜਾ ਹੈਗਾ ਵਾ ਰੋਕਿਆ ਜਾ ਸਕੇ, ਔਰ ਇਹਦੀ ਜਿਹੜੀ ਇਮਿਊਨਿਟੀ ਆ ਉਹ ਸਟਰੋਂਗ ਉਹਨੂੰ ਬਣਾਇਆ ਜਾ ਸਕੇ। ਜਿੰਨੀ ਕਿਸੇ ਕੇਬਲ ਦੀ ਇਮਿਊਨਿਟੀ ਸਟਰੋਂਗ ਹੋਏਗੀ ਉਨੀ ਉਹਦੇ ਵਿੱਚ ਨੋਇਸ ਜਿਹੜੀ ਆ ਉਹ ਨਹੀਂ ਜਾਂਦੀ, ਔਰ ਡਾਟਾ ਜਿਹੜਾ ਹੈਗਾ ਬਿਲਕੁਲ ਵਿਦਆਊਟ ਐਰਰਸ ਜਿਹੜਾ ਹੈਗਾ ਵਾ ਉਹ ਟਰਾਂਸਮਿਸ਼ਨ ਮੀਡੀਆ ਇੱਕ ਜਗ੍ਹਾ ਤੋਂ ਲੈ ਕੇ ਦੂਸਰੀ ਜਗ੍ਹਾ 'ਤੇ ਜਿਹੜਾ ਹੈਗਾ ਵਾ ਉਹ ਜਾਂਦਾ ਵਾ। ਹੁਣ ਇਹ ਜਿਹੜੀ ਕੋਕਸੀਅਲ ਕੇਬਲ ਹੈਗੀ ਹੈ ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ 50 ਓਮ ਕੇਬਲ ਅਤੇ ਇੱਕ ਹੁੰਦੀ ਹੈ 75 ਓਮ ਕੇਬਲ। ਜਿਹੜੀ 50 ਓਮ ਕੇਬਲ ਹੈ ਡਿਜੀਟਲ ਟਰਾਂਸਮਿਸ਼ਨ ਵਾਸਤੇ ਯੂਜ਼ ਕੀਤੀ ਜਾਂਦੀ ਹੈ, ਜਿਹੜੀ 75 ਓਮ ਕੇਬਲ ਆ ਇਹ ਐਨਾਲੌਗ ਟਰਾਂਸਮਿਸ਼ਨ ਵਾਸਤੇ ਯੂਜ਼ ਕੀਤੀ ਜਾਂਦੀ ਹੈ। ਜਿਹੜੀ 50 ਓਮ ਕੇਬਲ ਆ ਕਿਉਂਕਿ ਇਹਦਾ ਨੰਬਰ ਜਿਹੜਾ ਹੈਗਾ ਲੈਸ ਆ, ਅਤੇ ਇਸ ਕਰਕੇ ਇਹ ਜਿੰਨਾ ਹੀ ਜਿਹੜੀ ਓਮ ਦਾ ਮਤਲਬ ਹੁੰਦਾ ਵਾ ਕਿ ਜਿਹੜੀ ਕਿਸੇ ਇਲੈਕਟ੍ਰਿਕ ਜਿਹੜਾ ਹੈਗਾ ਵਾ ਕੰਡਕਟਰ ਆ ਉਹਦੀ ਰੈਸਿਸਟੈਂਸ ਪਾਵਰ ਆ, ਕਿਉਂਕਿ ਇਹ 50 ਆ ਇਸ ਕਰਕੇ ਇਹਦੀ ਰੈਸਿਸਟੈਂਸ ਪਾਵਰ ਜਿਹੜੀ ਹੈਗੀ ਨੰਬਰ ਘੱਟ ਹੈ, ਇਸ ਕਰਕੇ ਇਹਦੀ ਰੈਸਿਸਟੈਂਸ ਪਾਵਰ ਜਿਹੜੀ ਆ ਉਹ ਜ਼ਿਆਦਾ ਵਾ। 75 ਜਿਹੜਾ ਹੈਗਾ ਓਮ ਦੀ ਰੈਸਿਸਟੈਂਸ ਪਾਵਰ ਜਿਹੜੀ ਹੈਗੀ ਘੱਟ ਹੈਗੀ ਹੈ, ਇਸ ਕਰਕੇ 50 ਜਿਹੜੀ ਓਮ ਕੇਬਲ ਹੈ ਇਹ ਡਿਜੀਟਲ ਟਰਾਂਸਮਿਸ਼ਨ ਵਾਸਤੇ ਯੂਜ਼ ਕੀਤੀ ਜਾਂਦੀ ਹੈ, ਅਤੇ 75 ਜਿਹੜੀ ਹੈਗੀ ਹੈ ਇਹ ਐਨਾਲੌਗ ਟਰਾਂਸਮਿਸ਼ਨ ਵਾਸਤੇ ਯੂਜ਼ ਕੀਤੀ ਜਾਂਦੀ ਹੈ। ਅਤੇ ਇਹ ਜਿਹੜੀ ਹੁੰਦੀ ਹੈ ਇਹਦੀ ਕੋਕਸੀਅਲ ਕੇਬਲ ਹੁੰਦੀ ਹੈ ਇਹਦੀ ਸ਼ੀਲਡਿੰਗ ਬਹੁਤ ਵਧੀਆ ਹੋਈ ਹੁੰਦੀ ਹੈ, ਇਸ ਕਰਕੇ ਇਹਦੇ ਵਿੱਚ ਜਿਹੜੀ ਨੋਇਸ ਦੇ ਅਗੇਂਸਟ ਜਿਹੜੀ ਇਮਿਊਨਿਟੀ ਹੁੰਦੀ ਹੈ ਉਹ ਬੜੀ ਗੁੱਡ ਹੁੰਦੀ ਹੈ। ਮਤਲਬ ਕਹਿ ਸਕਦੇ ਹਾਂ ਕਿ ਇਸ ਕੇਬਲ ਦੇ ਵਿੱਚ ਨੋਇਸ ਜਿਹੜੀ ਹੈਗੀ ਆ ਉਹ ਐਂਟਰ ਨਹੀਂ ਕਰਦੀ, ਕਿਉਂਕਿ ਇਹਦੀ ਸ਼ੀਲਡਿੰਗ ਜਿਹੜੀ ਹੁੰਦੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ
ਕੀਤੀ ਹੁੰਦੀ ਆ। ਤੇ ਇਹ ਜਿਹੜੀ ਕੋਕਸੀਅਲ ਕੇਬਲ ਆ ਇਹ ਟੈਲੀਫੋਨ ਨੈਟਵਰਕਸ ਵਾਸਤੇ, ਕੇਬਲ ਟੀਵੀ ਵਾਸਤੇ ਤੇ ਲੋਕਲ ਏਰੀਆ ਨੈਟਵਰਕਸ ਦੇ ਵਿੱਚ ਯੂਜ਼ ਕੀਤੀ ਜਾਂਦੀ ਆ। ਅੱਗੇ ਆ ਗਈਆਂ ਟਾਈਪਸ ਆਫ ਕੋਕਸੀਅਲ ਕੇਬਲ। ਹੁਣ ਕੋਕਸੀਅਲ ਕੇਬਲ ਜਿਹੜੀ ਹੈਗੀ ਆ ਇਹ ਦੋ ਤਰ੍ਹਾਂ ਦੀ ਹੁੰਦੀ ਆ, ਬੇਸਬੈਂਡ ਤੇ ਬ੍ਰੌਡਬੈਂਡ। ਜਿਹੜੀ ਬੇਸਬੈਂਡ ਕੋਕਸੀਅਲ ਕੇਬਲ ਆ ਇਹ ਡਿਜੀਟਲ ਟਰਾਂਸਮਿਸ਼ਨ ਵਾਸਤੇ ਜਿਹੜੀ ਯੂਜ਼ ਕੀਤੀ ਜਾਂਦੀ ਆ, ਤੇ ਇਹਦੀ ਜਿਹੜੀ ਫ੍ਰੀਕੁਐਂਸੀ ਰੇਂਜ ਹੁੰਦੀ 0 ਤੋਂ 4 ਕਿਲੋ ਹਰਟਸ ਜਿਹੜੀ ਹੁੰਦੀ ਆ, ਮਿਨੀਮਮ ਜਿਹੜੀ ਆ ਇਹਦੀ ਫ੍ਰੀਕੁਐਂਸੀ ਰੇਂਜ ਹੁੰਦੀ ਆ। ਤੇ ਇਹ ਜਿਹੜੀ ਹੈਗੀ ਆ, ਇਹ ਜਿਹੜੀ ਕੇਬਲ ਹੈਗੀ ਆ ਬੇਸਬੈਂਡ ਕੋਕਸੀਅਲ ਕੇਬਲ ਜਿਹੜੀ ਹੈਗੀ ਆ ਇਹਦੀ 50 ਓਮ ਜਿਹੜੀ ਇੰਪੀਡੈਂਸ ਜਿਹੜੀ ਹੈਗੀ ਆ ਉਹ ਦਿੰਦੀ ਆ। ਇੰਪੀਡੈਂਸ ਦਾ ਮਤਲਬ ਹੈਗਾ ਵਾ ਕਿ ਜਿਹੜੀ ਰੈਸਿਸਟੈਂਸ ਪਾਵਰ ਆ ਜਿਹੜੀ ਹੈਗੀ ਉਹ ਇਹਦੀ ਚੰਗੀ ਹੁੰਦੀ ਆ। ਤੇ ਇਹ ਜਿਹੜੀ ਹੈਗੀ ਆ ਈਥਰਨੈਟ ਸਿਸਟਮ ਵਾਸਤੇ ਜਿਹੜੀ ਹੈਗੀ ਇਹ ਯੂਜ਼ ਕੀਤੀ ਜਾਂਦੀ ਹੈ, ਜਾਂ ਈਥਰਨੈਟ ਸਿਸਟਮ ਵਾਸਤੇ ਆਪਰੇਟ ਕੀਤੀ ਜਾਂਦੀ ਹੈ, ਜਿੱਥੇ ਜਿਹੜੀ ਇਹਦੇ 'ਤੇ ਸਪੀਡ ਜਿਹੜੀ ਹੈਗੀ 10 ਮੈਗਾਬਿਟਸ ਪਰ ਸੈਕਿੰਡ ਹੋ ਸਕਦੀ ਹੈ। ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਬੇਸਬੈਂਡ ਕੋਕਸੀਅਲ ਕੇਬਲ ਆ ਇਹਦੇ 'ਤੇ ਜਿਹੜੀ ਓਪਰੇਟਿੰਗ ਸਪੀਡ ਆ 10 ਮੈਗਾਬਿਟਸ ਪਰ ਸੈਕਿੰਡ ਹੋ ਸਕਦੀ ਹੈ। ਔਰ ਇਹਦੇ 'ਤੇ ਇਹਦੀ ਜਿਹੜੀ ਦੂਸਰੀ ਇਹਦੇ 'ਤੇ ਮੇਨ ਖਾਸ ਗੱਲ ਹੈਗੀ ਆ ਕਿ ਜਿਹੜੀ ਬੇਸਬੈਂਡ ਕੋਕਸੀਅਲ ਕੇਬਲ ਹੁੰਦੀ ਆ ਇਹਦੇ 'ਤੇ ਜਿਹੜਾ ਚੈਨਲ ਹੁੰਦਾ ਵਾ ਉਹ ਸਾਰੀ ਫ੍ਰੀਕੁਐਂਸੀ ਜਿਹੜੀ ਹੁੰਦੀ ਆ ਉਹਨੂੰ ਕੰਜ਼ਿਊਮ ਕਰ ਲੈਂਦਾ ਵਾ। ਇਹਦਾ ਮਤਲਬ ਹੈਗਾ ਕਿ ਇਸ ਕੇਬਲ ਦੇ ਉੱਤੇ ਇੱਕ ਹੀ ਚੈਨਲ ਜਿਹੜਾ ਹੈਗਾ ਵਾ ਉਹ ਜਿਹੜਾ ਹੈਗਾ ਵਾ ਡਾਟੇ ਨੂੰ ਕੈਰੀ ਕਰਦਾ ਵਾ। ਅਗਲਾ ਜਿਹੜਾ ਹੈਗੀ ਹੋਗੀ ਬ੍ਰੌਡਬੈਂਡ ਕੋਕਸੀਅਲ ਕੇਬਲ। ਬ੍ਰੌਡਬੈਂਡ ਕੋਕਸੀਅਲ ਕੇਬਲ ਜਿਹੜੀ ਹੈਗੀ ਆ ਇਹਦੀ ਮਿਨੀਮਮ ਫ੍ਰੀਕੁਐਂਸੀ ਰੇਂਜ ਜਿਹੜੀ ਹੈਗੀ 4 ਕਿਲੋ ਹਰਟਸ ਹੁੰਦੀ ਆ, ਔਰ ਇਹ ਜਿਹੜੀ ਐਨਾਲੌਗ ਸਿਗਨਲਸ ਜਿਹੜੇ ਹੈਗੇ ਆ ਉਹਨਾਂ ਨੂੰ ਲੈ ਕੇ ਜਾਂਦੀ ਆ। ਔਰ ਇਹ ਜਿਹੜੀ ਹੈਗੀ ਆ ਇਹਦੇ 'ਤੇ ਜਿਹੜੀ ਇੰਪੀਡੈਂਸ ਮਿਲਦੀ ਆ ਉਹ 75 ਓਮ ਜਿਹੜੀ ਹੈਗੀ ਆ ਇੰਪੀਡੈਂਸ ਹੁੰਦੀ ਆ। ਤੋ ਕੋਕਸੀਅਲ ਕੇਬਲ ਕਿਉਂਕਿ ਇਹ ਜਿਹੜੀ ਹੈਗੀ ਆ ਐਨਾਲੌਗ ਸਿਗਨਲਸ ਜਿਹੜੇ ਹੁੰਦੇ ਆ ਇਹ ਕਰਪਟ ਘੱਟ ਹੁੰਦੇ ਆ, ਇਸ ਕਰਕੇ ਜਿਹੜੀ 75 ਓਮ ਕੇਬਲ ਜਿਹੜੀ ਹੈਗੀ ਆ ਉਹ ਇਹ ਬ੍ਰੌਡਬੈਂਡ ਵਾਸਤੇ ਜਿਹੜੀ ਹੈਗੀ ਯੂਜ਼ ਕੀਤੀ ਜਾਂਦੀ ਹੈ, ਜਾਂ ਅਸੀਂ ਕਹਿ ਸਕਦੇ ਹਾਂ ਕਿ ਐਨਾਲੌਗ ਸਿਗਨਲਸ ਵਾਸਤੇ ਯੂਜ਼ ਕੀਤੀ ਜਾਂਦੀ ਹੈ। ਤੋ ਜਿਹੜੀ ਮੈਂ ਦੱਸਿਆ ਸੀਗਾ ਕਿ ਜਿਹੜੀ ਬੇਸਬੈਂਡ ਕੋਕਸੀਅਲ ਕੇਬਲ ਹੈ, ਬੇਸਬੈਂਡ ਕੋਕਸੀਅਲ ਕੇਬਲ ਇਹ ਟੈਲੀਫੋਨ ਨੈਟਵਰਕ ਵਾਸਤੇ ਯੂਜ਼ ਕੀਤੀ ਜਾਂਦੀ ਹੈ, ਅਤੇ ਇਹਦੇ 'ਤੇ ਇਹਨੂੰ ਕਹਿ ਸਕਦੇ ਹਾਂ ਕਿ ਟੈਲੀਕਮਿਊਨੀਕੇਸ਼ਨ ਪਰਪਸ ਵਾਸਤੇ ਅਤੇ ਡੇਟਾ ਟਰਾਂਸਫਰ ਵਾਸਤੇ ਜਿਹੜੀ ਹੈਗੀ ਆ ਇਹ ਡੇਟਾ ਵਾਸਤੇ ਯੂਜ਼ ਕੀਤੀ ਜਾਂਦੀ ਹੈ। ਪਰ ਜਿਹੜੀ ਬ੍ਰੌਡਬੈਂਡ ਕੋਕਸੀਅਲ ਕੇਬਲ ਹੈ ਇਹ ਆਮ ਕਰਕੇ ਟੈਲੀਵਿਜ਼ਨ ਨੈਟਵਰਕ ਜਿਹੜਾ ਹੈਗਾ ਵਾ ਜਾਂ ਕੇਬਲ ਟੀਵੀ ਜਿਹੜਾ ਹੈਗਾ ਵਾ ਅਸੀਂ ਕਹਿ ਸਕਦੇ ਹਾਂ ਉਹਦੇ ਵਾਸਤੇ ਯੂਜ਼ ਜਿਹੜੀ ਇਹ ਕੀਤੀ ਜਾਂਦੀ ਹੈ। ਅਤੇ ਇਹਦੇ ਵਿੱਚ ਐਂਪਲੀਫਾਇਰ ਵੀ ਯੂਜ਼ ਕੀਤੇ ਜਾਂਦੇ ਤਾਂ ਕਿ ਐਨਾਲੌਗ ਸਿਗਨਲ ਨੂੰ ਸਟਰੈਂਥਨ ਕੀਤਾ ਜਾ ਸਕੇ। ਹੁਣ ਅੱਗੇ ਹੈਗਾ ਜੇ ਅਸੀਂ ਕੰਪਲੀਟ ਇਹਦਾ ਕੰਪੈਰੀਜ਼ਨ ਦੇਖੀਏ ਬੇਸਬੈਂਡ ਕੋਕਸੀਅਲ ਕੇਬਲ ਅਤੇ ਬ੍ਰੌਡਬੈਂਡ ਕੋਕਸੀਅਲ ਕੇਬਲ ਦਾ, ਅਤੇ ਜਿਹੜੀ ਬ੍ਰੌਡਬੈਂਡ ਕੋਕਸੀਅਲ ਕੇਬਲ ਹੁੰਦੀ ਆ ਇਹ 50 ਓਮ ਇਹਦੇ ਵਿੱਚ ਇੰਪੀਡੈਂਸ ਹੁੰਦੀ ਆ। ਜਿਹੜੀ ਬ੍ਰੌਡਬੈਂਡ ਕੇਬਲ ਹੁੰਦੀ ਆ ਇਹਦੇ ਵਿੱਚ 75 ਓਮ ਜਿਹੜੀ ਇੰਪੀਡੈਂਸ ਉਹ ਹੁੰਦੀ ਆ। ਅਤੇ ਇਹ ਜਿਹੜੀ ਹੈਗੀ ਆ ਬੇਸਬੈਂਡ ਕੋਕਸੀਅਲ ਕੇਬਲ ਹੈ ਡਿਜੀਟਲ ਸਿਗਨਲ ਨੂੰ ਸਪੋਰਟ ਕਰਦੀ ਹੈ, ਅਤੇ ਜਿਹੜੀ ਬ੍ਰੌਡਬੈਂਡ ਹੈ ਐਨਾਲੌਗ ਨੂੰ ਕਰਦੀ ਆ। ਇਹ ਜਿਹੜੀ ਹੈਗਾ ਇਹਦੇ ਉੱਤੇ ਜਿਹੜਾ ਹੈਗਾ ਵਾ ਡਿਜੀਟਲ ਸਿਗਨਲ ਜਿਹੜੇ ਹੁੰਦੇ ਆ ਇਹ ਐਂਟਾਇਰ ਫ੍ਰੀਕੁਐਂਸੀ ਨੂੰ ਜਿਹੜੇ ਹੈਗੇ ਕੰਜ਼ਿਊਮ ਕਰ ਲੈਂਦੇ ਆ, ਅਤੇ ਪਰ ਜਿਹੜੇ ਬ੍ਰੌਡਬੈਂਡ ਹੈਗਾ ਇਹਦੇ 'ਤੇ ਮਲਟੀਪਲ ਚੈਨਲਸ ਹੋ ਸਕਦੇ ਆ। ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਡਿਜੀਟਲ ਸਿਗਨਲ ਹੁੰਦੇ ਆ ਇਹਦੇ 'ਤੇ ਇਹ ਇੱਕ ਹੀ ਚੈਨਲ ਦੇ ਉੱਤੇ ਜਿਹੜੇ ਹੈਗੇ ਜਾਂਦੇ ਆ, ਪਰ ਜਿਹੜੇ ਐਨਾਲੌਗ ਸਿਗਨਲਸ ਹੁੰਦੇ ਆ ਇਹਦੇ ਵਿੱਚ ਜਿਹੜਾ ਪੂਰੀ ਫ੍ਰੀਕੁਐਂਸੀ ਹੁੰਦੀ ਆ ਉਹਨੂੰ ਚੈਨਲ ਦੇ ਵਿੱਚ ਡਿਵਾਈਡ ਕਰ ਲਿਆ ਜਾਂਦਾ ਵਾ। ਇਸ ਕਰਕੇ ਇਹਦੇ ਵਿੱਚ ਜਿਹੜੇ ਮਲਟੀਪਲ ਚੈਨਲ ਹੋ ਸਕਦੇ, ਜਾਂ ਕਹਿ ਸਕਦੇ ਕਿ ਇੱਕ ਤੋਂ ਜ਼ਿਆਦਾ ਚੈਨਲਸ ਹੁੰਦੇ ਆ ਜਿਨ੍ਹਾਂ 'ਤੇ ਐਨਾਲੌਗ ਸਿਗਨਲ ਜਿਹੜਾ ਹੈਗਾ ਵਾ ਟਰੈਵਲ ਕਰਦਾ ਵਾ। ਅਤੇ ਜਿਹੜੇ ਬੇਸਬੈਂਡ ਕੋਕਸੀਅਲ ਕੇਬਲ ਹੁੰਦੀ ਆ ਇਹ ਬਾਈ ਡਾਇਰੈਕਸ਼ਨਲ ਹੁੰਦੀ। ਬਾਈ ਡਾਇਰੈਕਸ਼ਨਲ ਦਾ ਮਤਲਬ ਹੁੰਦਾ ਕਿ ਡਾਟਾ ਜਾਂਦਾ ਵੀ ਆ, ਡਾਟਾ ਅਪਲੋਡ ਵੀ ਹੁੰਦਾ ਔਰ ਡਾਟਾ ਡਾਊਨਲੋਡ ਵੀ ਹੁੰਦਾ। ਪਰ ਇਹਦੇ ਵਿੱਚ ਜਿਹੜਾ ਹੈਗਾ ਵਾ ਓਨਲੀ ਇਹ ਜਿਹੜੀ ਬ੍ਰੌਡਬੈਂਡ ਕੋਕਸੀਅਲ ਕੇਬਲ ਹੈ ਇਹ ਸਿਰਫ ਯੂਨੀ ਡਾਇਰੈਕਸ਼ਨਲ ਹੁੰਦੀ ਆ, ਸਿਰਫ ਡੇਟਾ ਜਿਹੜਾ ਹੈਗਾ ਉਹ ਡਾਊਨਲੋਡ ਹੀ ਹੁੰਦਾ ਵਾ। ਜਿਸ ਤਰ੍ਹਾਂ ਅਸੀਂ ਵੇਖੀਏ ਕਿ ਅਗਰ ਟੀਵੀ ਦਾ ਕੇਸ ਲਈਏ ਤਾਂ ਉਹਦੇ ਵਿੱਚ ਜਿਹੜਾ ਹੈਗਾ ਵਾ ਸਿਰਫ ਅਸੀਂ ਜਿਹੜਾ ਹੈਗਾ ਵਾ ਸਿਗਨਲ ਉਹ ਰਿਸੀਵ ਕਰਦੇ ਹਾਂ ਔਰ ਅਸੀਂ ਟੈਲੀਵਿਜ਼ਨ ਦੇ ਚੈਨਲ ਦੇਖ ਸਕਦੇ ਹਾਂ। ਇਹ ਜਿਹੜੀ ਹੈਗੀ ਆ ਬੇਸਬੈਂਡ ਕੋਕਸੀਅਲ ਕੇਬਲ ਹੈ ਈਜ਼ੀ ਟੂ ਇੰਸਟਾਲ ਹੈ ਅਤੇ ਮੇਨਟੇਨ ਆ, ਅਤੇ ਜਿਹੜੀ ਹੈਗੀ ਆ ਆਪਣੀ ਬ੍ਰੌਡਬੈਂਡ ਆ ਇਹਨੂੰ ਡਿਫੀਕਲਟ ਆ ਜਿਹੜਾ ਹੈਗਾ ਇੰਸਟਾਲ ਕਰਨਾ ਅਤੇ ਮੇਨਟੇਨ ਕਰਨਾ। ਅਤੇ ਇਹ ਜਿਹੜੀ ਹੈਗੀ ਆ ਇਹ ਸਮਾਲਰ ਕਵਰੇਜ ਕਰਦੀ ਹੈ। ਜਿਹੜੀ ਬੇਸਬੈਂਡ ਕੋਕਸੀਅਲ ਕੇਬਲ ਹੈ ਆਮ ਕਰਕੇ ਲੋਕਲ ਏਰੀਆ ਨੈਟਵਰਕਸ ਦੇ ਵਿੱਚ ਯੂਜ਼ ਕੀਤੀ ਜਾਂਦੀ ਆ, ਪਰ ਜਿਹੜੀ ਬ੍ਰੌਡਬੈਂਡ ਕੋਕਸੀਅਲ ਕੇਬਲ ਆ ਇਹ ਵਾਈਡ ਏਰੀਆ ਆਫ ਐਪਲੀਕੇਸ਼ਨ ਹੈਗੀ ਹੈ ਜਾਂ ਕੇਬਲ ਟੀਵੀ ਵਾਸਤੇ ਯੂਜ਼ ਕੀਤੀ ਜਾਂਦੀ ਹੈ। ਹੁਣ ਅਸੀਂ ਕੋਕਸੀਅਲ ਕੇਬਲ ਦੀਆਂ ਜੇ ਐਡਵਾਂਟੇਜਸ ਦੇਖੀਏ ਤਾਂ ਇਹ ਕੀ ਹੈਗੀ ਆ, ਇਟ ਕੈਨ ਬੀ ਯੂਜ਼ ਫਾਰ ਬੋਥ ਐਨਾਲੌਗ ਐਂਡ ਡਿਜੀਟਲ ਟਰਾਂਸਮਿਸ਼ਨ। ਜਿਹੜੀ ਕੋਕਸੀਅਲ ਕੇਬਲ ਆ ਇਹ ਇਸ ਕਰਕੇ ਬਹੁਤ ਵਧੀਆ ਗਿਣੀ ਜਾਂਦੀ ਹੈ ਕਿਉਂਕਿ ਇਹ ਐਨਾਲੌਗ ਅਤੇ ਡਿਜੀਟਲ ਦੋਨੋਂ ਤਰ੍ਹਾਂ ਦੇ ਸਿਗਨਲਸ ਵਾਸਤੇ ਜਿਹੜੀ ਹੈਗੀ ਹੈ ਯੂਜ਼ ਕੀਤੀ ਜਾਂਦੀ ਹੈ। ਇਟ ਆਫਰਸ ਹਾਈ ਬੈਂਡਵਿਡਥ, ਇਹ ਜਿਹੜੀ ਹੈਗੀ ਆ ਹਾਈ ਬੈਂਡਵਿਡਥ ਜਿਹੜੀ ਹੈਗੀ ਆ ਇਹ ਆਫਰ
ਕਰਦੀ ਹੈ। ਹਾਈ ਬੈਂਡਵਿਡਥ ਦਾ ਮਤਲਬ ਹੈਗਾ ਕਿ ਰੇਟ ਆਫ ਡੇਟਾ ਟਰਾਂਸਫਰ ਜਿਹੜਾ ਜ਼ਿਆਦਾ ਹੁੰਦਾ ਵਾ। ਜਦੋਂ ਰੇਟ ਆਫ ਡੇਟਾ ਟਰਾਂਸਫਰ ਜ਼ਿਆਦਾ ਹੁੰਦਾ ਤਾਂ ਸਾਨੂੰ ਸਪੀਡ ਜਿਹੜੀ ਹੈਗੀ ਉਹ ਜ਼ਿਆਦਾ ਮਿਲਦੀ ਹੈ, ਇਸ ਕਰਕੇ ਇਹ ਸਾਡੇ ਵਾਸਤੇ ਜਿਹੜੀ ਹੈਗੀ ਐਡਵਾਂਟੇਜ ਹੈ। ਇਹਦੀ ਜਿਹੜੀ ਸ਼ੀਲਡਿੰਗ ਹੁੰਦੀ ਆ ਉਹ ਬਹੁਤ ਵਧੀਆ ਕੀਤੀ ਹੁੰਦੀ ਹੈ, ਅਸੀਂ ਕਹਿ ਸਕਦੇ ਜਿਹੜੀ ਫੋਇਲ ਜਾਂ ਮੈਸ਼ ਹੁੰਦੀ ਹੈ ਤੇ ਵਧੀਆ ਹੁੰਦੀ ਹੈ, ਇਸ ਕਰਕੇ ਇਹਦੀ ਜਿਹੜੀ ਇਮਿਊਨਿਟੀ ਆ ਉਹ ਵਧੀਆ ਹੁੰਦੀ ਆ, ਔਰ ਜਿਹੜੀ ਐਨਰਜੀ ਉਹ ਘੱਟ ਲਾਸ ਹੁੰਦੀ ਆ। ਜਦੋਂ ਐਨਰਜੀ ਘੱਟ ਲਾਸ ਹੁੰਦੀ ਹੈ ਤਾਂ ਸਿਗਨਲ ਸਟਰੋਂਗ ਰਹਿੰਦਾ ਵਾ, ਔਰ ਉਹ ਲੌਂਗਰ ਡਿਸਟੈਂਸਿਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਕਵਰ ਕਰਦਾ ਵਾ। ਠੀਕ ਹੈ, ਇਹ ਫਾਈਬਰ ਆਪਟਿਕਸ ਨੂੰ ਨਾਲ ਕੰਪੇਅਰ ਕਰੀਏ ਤੇ ਇਹ ਘੱਟ ਜਿਹੜੀ ਹੈਗੀ ਐਕਸਪੈਂਸਿਵ ਹੈਗੀ, ਇਹ ਵੀ ਐਡਵਾਂਟੇਜ ਹੈਗੀ, ਇਸ ਕਰਕੇ ਯੂਜ਼ ਕੀਤੀ ਜਾ ਸਕਦੀ ਹੈ। ਜੇ ਇਹਦੀਆਂ ਡਿਸਐਡਵਾਂਟੇਜ ਦੀ ਗੱਲ ਕਰੀਏ ਤੇ ਇਹ ਜਿਹੜੀ ਹੈਗੀ ਟਵਿਸਟਡ ਪੇਅਰ ਦੇ ਨਾਲੋਂ ਐਕਸਪੈਂਸਿਵ ਹੈ, ਸੋ ਇਸ ਕਰਕੇ ਇਹਦੀ ਇੱਕ ਡਿਸਐਡਵਾਂਟੇਜ ਹੈ। ਤੇ ਇਹ ਜਿਹੜੀ ਹੈਗੀ ਹੈ ਲਿਮਟਡ, ਇਹਦੇ ਵਿੱਚ ਜਿਹੜੀ ਡਿਸਟੈਂਸਿਸ ਹੈ, ਜਿਹੜਾ ਸਿਗਨਲ ਹੈ ਉਹ ਲਿਮਟਡ ਡਿਸਟੈਂਸ ਜਿਹੜਾ ਹੈਗਾ ਕਵਰ ਕਰਦਾ ਵਾ, ਇਸ ਕਰਕੇ ਸਾਨੂੰ ਜਿਹੜੇ ਕਿ ਐਂਪਲੀਫਾਇਰ ਯੂਜ਼ ਕਰਨੇ ਪੈਂਦੇ ਆ, ਤੇ ਐਂਪਲੀਫਾਇਰ ਲਾਉਣ ਵਾਸਤੇ ਸਾਨੂੰ ਹੋਰ ਜਿਹੜਾ ਹੈਗਾ ਕੋਸਟ ਜਿਹੜੀਆਂ ਹੈਗੀਆਂ ਉਹ ਉਠਾਉਣੀਆਂ ਪੈਂਦੀਆਂ, ਸੋ ਅਸੀਂ ਇਸ ਨੂੰ ਇੱਕ ਡਿਸਐਡਵਾਂਟੇਜ ਦੇ ਤੌਰ 'ਤੇ ਦੇਖ ਸਕਦੇ ਹਾਂ। ਪ੍ਰੋਪਰ ਕਨੈਕਟਰ ਐਂਡ ਟਰਮੀਨੇਸ਼ਨ ਇਜ਼ ਰਿਕੁਆਇਰਡ, ਇਹਦੇ ਵਿੱਚ ਜੇ ਅਸੀਂ ਕੋਈ ਕਨੈਕਟਰ ਲਾਉਣਾ ਵਾ ਜੋੜ ਪਾਉਣ ਲਈ ਕੇਬਲ ਦੇ ਵਿੱਚ, ਸਾਨੂੰ ਬਹੁਤ ਪ੍ਰੋਪਰ ਜਿਹੜੀ ਹੈਗੀ ਆ ਜਿਹੜਾ ਹੈਗਾ ਤਰੀਕੇ ਦੇ ਨਾਲ, ਪ੍ਰੋਪਰ ਤਰੀਕੇ ਦੇ ਨਾਲ ਕਨੈਕਟਰ ਜਿਹੜਾ ਅਸੀਂ ਲਾਉਂਦੇ ਹਾਂ, ਨਹੀਂ ਤਾਂ ਜਿਹੜਾ ਹੈਗਾ ਵਾ ਕਨੈਕਸ਼ਨ ਜਿਹੜਾ ਹੈਗਾ ਉਹ ਲੂਜ਼ ਹੋ ਜਾਂਦਾ ਵਾ। ਜੇ ਅਸੀਂ ਟਰਮੀਨੇਟ ਵੀ ਕਰਨਾ ਵਾ ਉਹ ਵੀ ਅਸੀਂ ਬੜੇ ਸਹੀ ਤਰੀਕੇ ਦੇ ਨਾਲ ਉਹਨੂੰ ਟਰਮੀਨੇਟ ਕਰਦੇ ਹਾਂ। ਤੋ ਅਸੀਂ ਦੇਖਿਆ ਵਾ ਕਿ ਜਿਹੜਾ ਕੋਕਸੀਅਲ ਕੇਬਲ ਹੈਗਾ ਵਾ ਇਹ ਟਰਾਂਸਮਿਸ਼ਨ ਮੀਡੀਆ ਦਾ ਇੱਕ ਜਿਹੜੀ ਹੈਗੀ ਆ ਇੱਕ ਗੁੱਡ ਟਰਾਂਸਮਿਸ਼ਨ ਮੀਡੀਆ ਹੈਗਾ ਵਾ, ਜਿਹਦੇ ਥਰੂ ਅਸੀਂ ਡੇਟਾ ਜਿਹੜਾ ਹੈਗਾ ਟਰਾਂਸਫਰ ਕਰ ਸਕਦੇ ਹਾਂ।